सत्कारयोग साध संगत जी, निमरता सहित आपनों फतेह अर्थ करते हैं। वाहिगुरू जी का खालसा, वाहिगुरू जी की फतेह। हुणे हुण तुसी साडे पंथ दे उगे वकील साहब, साबका मैंबर पार्लियामेंट सरदार राजदेव सिंह खालसा जी नूं सुनिया। ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਰਹੇ ਹੈ, ਉਹਨਾਂ ਦੇ ਨਾਲ ਵਿਚਾਰ ਕਰਦੇ ਹੁੰਦੇ ਸੀਗੇ, ਰਹਿ ਦਿੰਦੇ ਹੁੰਦੇ ਸੀਗੇ। ਉਹਨਾਂ ਤੋਂ ਬਾਅਦ ਉਹਨਾਂ ਦੇ ਬਾਪੂ ਜੀ ਬਾਬਾ ਜੋਗਿੰਦਰ ਸਿੰਘ ਦੇ ਨਾਲ ਰਹੇ ਹੈ, ਤੇ ਜਿਹੜੇ ਇਹਨਾਂ ਦੇ ਲਫ਼ਜ਼ ਹੁੰਦੇ ਹੈ ਉਹਦੇ ਵਿੱਚ ਕੋਈ ਮਤਲਬ ਹੁੰਦਾ। ਜਦੋਂ ਇਹਨਾਂ ਨੇ ਆਪਣੀ ਤਕਰੀਰ ਸ਼ੁਰੂ ਕੀਤੀ ਹੈ, ਇਹਨਾਂ ਨੇ ਕਿਹਾ ਕਿ ਜਿਹੜੀ ਆਮ ਪਾਰਟੀ ਦੀ ਨਵੀਂ ਸਰਕਾਰ ਭਗਵੰਤ ਜੀ ਦੀ ਬਣੀ ਹੈ, ਉਸ ਨੇ ਆਉਂਦਿਆਂ ਹੀ ਗੁਰੂਆਂ ਦੀਆਂ ਫੋਟੋਆਂ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੋਟੋਆਂ ਸਾਰੇ ਸਰਕਾਰੀ ਦਫ਼ਤਰਾਂ ਤੋਂ ਲਵਾਤੀਆਂ। ਹੁਣ ਇਹਦਾ ਮਤਲਬ ਕੀ ਹੈ? ਏਡੀ ਵੱਡੀ ਗੱਲ ਨਹੀਂ ਹੈ, ਪਰ ਸਰਦਾਰ ਰਾਜਦੇਵ ਸਿੰਘ ਨੇ ਇਹ ਛਾਂਟ ਕੇ ਗੱਲ ਕਿਉਂ ਕੀਤੀ ਹੈ? ਕਿਉਂ ਕਰਕੇ ਇਹ ਸਮਝਦੇ ਹੈ ਕਿ ਇੱਥੇ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਸਿੱਖ ਕੌਮ ਨੂੰ ਅੱਜ ਹਿੰਦੂ ਰਾਸ਼ਟਰ ਵਾਲੇ ਥੱਲੇ ਲਾਉਣਾ ਚਾਹੁੰਦੇ ਹੈ। ਜਿਵੇਂ ਕਸ਼ਮੀਰ ਦੇ ਵਿੱਚ ਕਸ਼ਮੀਰੀਆਂ ਦੇ ਉੱਤੇ ਜ਼ਬਰ ਕਰ ਰਹੇ ਹੈ। 1999 ਦੇ ਵਿੱਚ ਤੁਸੀਂ ਵੋਟਾਂ ਪਾ ਕੇ ਮੈਨੂੰ ਫਾਂਸੀ ਤੋਂ ਛੁਡਾਇਆ ਸੀ। ਤਰਨ ਤਾਰਨ ਦਾ ਮੈਂ ਮੈਂਬਰ ਪਾਰਲੀਮੈਂਟ ਸੀ। ਉਸ ਵੇਲੇ ਖਾਲਸੇ ਦਾ ਆਜ਼ਾਦੀ ਦਾ ਜੰਗ ਲੱਗਿਆ ਹੋਇਆ ਸੀਗਾ। ਪਿੰਡ ਪਿੰਡ ਦੇ ਵਿੱਚ ਸਾਡੇ ਆਜ਼ਾਦੀ ਘੁਲਾਟੀਏ ਹਕੂਮਤ ਦੇ ਨਾਲ ਜੰਗ ਲੜ ਰਹੇ ਸੀਗੇ। ਫਿਰ ਉਸੇ ਇਲਾਕੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਇੱਕ ਬ੍ਰਿਗੇਡੀਅਰ ਸਿਨਹਾ ਸੀ। ਉਸ ਨੇ ਇਲਾਕੇ ਦੇ ਸਾਰੇ ਸਰਪੰਚ ਆਪ ਦੇ ਫੌਜ ਦੇ ਕੈਂਪ ਦੇ ਵਿੱਚ ਹਾਜ਼ਰ ਕਰਵਾਏ, ਬੁਲਾਏ ਨਹੀਂ, ਹਾਜ਼ਰ ਕਰਵਾਏ ਜਬਰਨ। ਉਹਨਾਂ ਨੂੰ ਬਿਠਾ ਕੇ ਕਹਿੰਦਾ ਕਿ ਤੁਸੀਂ ਬੰਦੇ ਬਣੋ, ਤੁਸੀਂ ਹਿੰਦੁਸਤਾਨੀ ਹੋ, ਤੁਸੀਂ ਭਾਰਤੀ ਹੋ, ਤੇ ਤੁਹਾਡੇ ਮੁੰਡੇ ਵਿਗੜੇ ਹੋਏ ਦੇਸ਼ ਨੂੰ ਤੋੜਨਾ ਚਾਹੁੰਦੇ ਆ। ਸਾਡੀ ਸਰਕਾਰ ਨੇ ਕੀ ਕਰਨਾ ਹੈ? ਅੱਜ ਤਾਂ ਤੁਸੀਂ ਸਰਪੰਚ ਇੱਥੇ ਆਏ ਹੋ, ਅਸੀਂ ਸਾਰੇ ਇਲਾਕੇ ਦੀਆਂ ਬੀਬੀਆਂ ਇਸੇ ਕੈਂਪ ਦੇ ਵਿੱਚ ਇਕੱਠੀਆਂ ਕਰ ਦੇਣੀਆਂ, ਤੇ ਸਾਡੇ ਫੌਜ ਦੇ ਸਿਪਾਹੀ ਜਿਹੜੇ ਬਿਹਾਰ ਦੇ ਵਿੱਚੋਂ ਹੈ, ਮੱਧ ਪ੍ਰਦੇਸ਼ ਚੋਂ ਹੈ, ਯੂਪੀ ਚੋਂ ਹੈ, ਉਹਨਾਂ ਨੂੰ ਤੁਹਾਡੀਆਂ ਬੀਬੀਆਂ ਦੇ ਉੱਤੇ ਛੱਡ ਦੇਣਾ। ਤੁਹਾਡੀਆਂ ਬੀਬੀਆਂ ਦੇ ਵਿੱਚੋਂ ਅਸੀਂ ਇੱਕ ਨਵੀਂ ਨਸਲ ਪੈਦਾ ਕਰਾਉਣੀ ਹੈ। ਉਹ ਨਸਲ ਜਿਹੜੀ ਪੈਦਾ ਹੋਊਗੀ ਉਹ ਭਾਰਤ ਤੇ ਇੰਡੀਆ ਦੇ ਨਾਲ ਵਫਾਦਾਰੀ ਕਰੂਗੀ। ਸਮਝ ਗਏ? ਹੁਣ ਸਮਝ ਗਏ ਕਿ ਰਾਜਦੇਵ ਸਿੰਘ ਵਕੀਲ ਸਾਹਿਬ ਨੇ ਕਿਹਾ? ਇਹਨਾਂ ਦੇ ਮਨ ਦੇ ਵਿੱਚ ਹੈ ਕਿ ਸਿੱਖੀ ਨੂੰ ਅਸੀਂ ਖਤਮ ਕਰ ਦੇਣਾ। ਜੇ ਅਸੀਂ ਰਾਜ ਹਿੰਦੁਸਤਾਨ ਦੇ ਉੱਤੇ ਕਰਨਾ ਹੈ, ਸਿਰਫ ਤੇ ਸਿਰਫ ਅੜਚਨ ਸਿੱਖਾਂ ਦੀ ਹੈ। ਹੁਣ ਸਰਦਾਰ ਰਾਜਦੇਵ ਸਿੰਘ ਏਡੇ ਵੱਡੇ ਵਕੀਲ ਹੈ, ਇਹ
ਕਿਸੇ ਵੀ ਗੱਲ ਦੇ ਉੱਤੇ ਤੁਹਾਡੇ ਨਾਲ ਗੱਲਾਂ ਕਰ ਸਕਦੇ ਸੀਗੇ। ਇਹਨਾਂ ਨੇ ਤੁਹਾਨੂੰ ਦੱਸਿਆ ਕਿਵੇਂ ਤੁਹਾਡੇ ਪਿੰਡ ਦੇ ਕੇਸ ਕੀਤੇ ਹੈ, ਕਿਵੇਂ ਤੁਹਾਨੂੰ ਜਾਣਦੇ ਹੈ, ਤੇ ਇਹੋ ਜਿਹੀਆਂ ਗੱਲਾਂ ਹੋਰ ਵੀ ਕਰ ਸਕਦੇ ਸੀਗੇ। ਪਰ ਚੇਚਾ ਇਹਨਾਂ ਨੇ ਦੱਸਿਆ ਕਿ ਸਿੱਖਾਂ ਦੇ ਗੁਰੂਆਂ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੋਟੋਆਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਲਵਾਈਆਂ ਗਈਆਂ ਤੇ ਉੱਥੇ ਹੋਰ ਕਿਸੇ ਦੀਆਂ ਲਵਾਈਆਂ ਗਈਆਂ। ਇਹਨਾਂ ਨੇ ਸਿਆਣਪ ਇੰਨੀ ਕੀਤੀ ਹੈ ਕਿ ਜੇ ਮੈਂ ਹੁੰਦਾ ਤਾਂ ਮੈਂ ਉਹ ਫੋਟੋਆਂ ਦਾ ਨਾਂ ਲੈ ਦਿੰਦਾ, ਪਰ ਇਹਨਾਂ ਨੇ ਕਿਹਾ ਕਿਉਂ ਕਰਕੇ ਵਕੀਲ ਹੈ ਕਿ ਮੈਨੂੰ ਕੋਈ ਇਤਰਾਜ਼ ਨਹੀਂ ਕਿਹੜੀ ਫੋਟੋ ਤੁਸੀਂ ਬਦਲਵੀਂ ਲਾਈ ਹੈ, ਪਰ ਮੈਨੂੰ ਇਤਰਾਜ਼ ਹੈ ਕਿ ਸਾਡੇ ਗੁਰੂਆਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਕਿਉਂ ਲਵਾਈ ਹੈ। ਸੋ ਸਾਧ ਸੰਗਤ ਜੀ, ਅੱਜ ਅਸੀਂ ਜੋਧਪੁਰ ਪਿੰਡ ਦੇ ਵਿੱਚ ਬੈਠੇ ਹਾਂ ਤੇ ਇਹ ਜਿਹੜੀ ਸਾਜ਼ਿਸ਼ ਸਾਡੇ ਖਿਲਾਫ ਘਟੀ ਜਾ ਰਹੀ ਹੈ, ਇਸ ਨੂੰ ਆਪਾਂ ਨੇ ਗੰਭੀਰ ਤਰ੍ਹਾਂ ਸੋਚਣਾ। ਐਵੇਂ ਨਹੀਂ ਮੇਰੀ ਪਾਰਟੀ ਨੇ ਫਿਰ ਇੱਥੇ MP ਖੜਾ ਕੀਤਾ, ਇਹਨਾਂ ਨੇ ਸੋਚ ਕੇ ਮੈਨੂੰ ਫੇਰ ਘਰੋਂ ਬੁਲਾ ਕੇ ਤੁਹਾਡੇ ਕੋਲੇ ਲਿਆਂਦਾ। 5 ਸਾਲ ਮੈਂ ਤੁਹਾਡਾ MP ਰਿਹਾ, ਹਰੇਕ ਪਿੰਡ ਦੇ ਵਿੱਚ ਮੈਂ ਤੁਹਾਡੀ ਗ੍ਰਾਂਟ ਭੇਜੀ ਹੈ। ਕੋਈ ਕਿਸਾਨ ਦਾ ਦੁੱਖ ਸ਼ਿਕਾਇਤ ਉਹ ਦੂਰ ਕੀਤੀ ਹੈ, ਕਿਸਾਨਾਂ ਦਾ ਕੋਈ ਧਰਨਾ ਨਹੀਂ ਲੱਗਿਆ, ਨਾ ਦਾ ਲੱਗਿਆ। ਸਾਰਿਆਂ ਨੂੰ 5 ਸਾਲ ਸੰਤੁਸ਼ਟ ਰੱਖਿਆ। ਜੇ ਸਾਡੇ ਹਿੰਦੂ ਵੀਰ ਸੀ ਜਿਹੜੇ RSS ਤੇ BJP ਦੇ ਪੱਕੇ ਉਪਾਸਕ ਹੈ, ਉਹ ਕਿੰਨੇ ਚਿਰ ਤੋਂ ਕਹਿ ਰਹੇ ਸੀਗੇ ਕਿ ਗਊ ਸਾਡੀ ਮਾਤਾ ਹੈ, ਪਰ ਉਹਦੇ ਲਈ ਕਿਸੇ ਨੇ ਕੁਛ ਨਹੀਂ ਕੀਤਾ। ਫਿਰ ਹਰੇਕ ਕਸਬੇ ਜਿੱਥੇ ਜਿੱਥੇ ਹਿੰਦੂਆਂ ਦੀ ਆਬਾਦੀ ਸੀ, ਉੱਥੇ ਮੇਰੀ ਪਾਰਟੀ ਤੇ ਮੈਂ ਗਊਸ਼ਾਲਾ ਬਣਵਾਤੀਆਂ। ਜਿਹੜੇ ਸਾਡੇ ਮੁਸਲਿਮ ਵੀਰ ਸੀ ਉਹ ਕਹਿੰਦੇ ਸੀਗੇ ਕਿ ਸਾਡੇ ਜਿਹੜੇ ਕਬਰਸਤਾਨ ਹੈ ਉਹ ਰੋਜ਼ ਦਿਨ ਬ ਦਿਨ ਨਾਲ ਦੇ ਖੇਤਾਂ ਵਾਲੇ ਵਾਹੀ ਜਾਂਦੇ ਹੈ। ਫਿਰ ਸਾਡੀ ਪਾਰਟੀ ਨੇ ਸਾਰੇ ਜਿੰਨੇ ਵੀ ਸੰਗਰੂਰ ਦੇ ਵਿੱਚ ਕਬਰਸਤਾਨ ਸੀਗੇ ਉਹਨਾਂ ਦੀਆਂ 4 ਦੀਵਾਰੀਆਂ ਬਣਵਾਤੀਆਂ। ਕਿਸਾਨਾਂ ਦੇ ਦਰਵਾਜ਼ੇ ਟੁੱਟੇ ਹੋਏ ਸੀਗੇ, ਉਹ ਵਧੀਆ ਬਣਵਾਤੇ। ਰੰਗੇਟੇ ਸਿੱਖਾਂ ਦੀਆਂ ਧਰਮਸ਼ਾਲਾ ਵਧੀਆ ਬਣਵਾਤੀਆਂ। ਸਾਰਿਆਂ ਦੇ ਲਈ ਕੰਮ ਕੀਤਾ ਹੈਗਾ। ਪਰ ਜਿਹੜੀ ਗੱਲ ਰਾਜਦੇਵ ਸਿੰਘ ਵਕੀਲ ਸਾਹਿਬ ਨੇ ਕੀਤੀ ਹੈ ਤੇ ਜਿਹੜੀ ਮੈਂ ਕੀਤੀ ਹੈ, ਉਹ ਆਪਣੇ ਦਿਲ ਦੇ ਵਿੱਚ ਵਸਾ ਲਓ ਕਿ ਹੁਣ ਜੇ ਆਪਾਂ ਨਾ ਖੜੇ ਹੋਏ, ਨਾ ਅਸੀਂ ਇਸ ਚੁਣੌਤੀ ਨੂੰ ਸਮਝਿਆ, ਇਹਦੇ ਅੱਗੇ ਨਾ ਖੜੇ, ਤਾਂ ਇਹਨਾਂ ਦੀ ਨੀਤ ਤੁਹਾਨੂੰ ਮੈਂ ਦੱਸਦੀ ਹੈ, ਸਰਦਾਰ ਰਾਜਦੇਵ ਸਿੰਘ ਨੇ ਵੀ ਦੱਸਦੀ ਹੈ। ਇੱਕ ਉੱਗੇ ਵਕੀਲ ਨੇ, ਮੇਰਾ ਖਿਆਲ ਹੈ ਇਦੋਂ ਜ਼ਿਆਦਾ ਵਰਣਨ ਕਰਨ ਦੀ ਲੋੜ ਨਹੀਂ ਹੈ ਕਿ ਹੁਣ ਸਿੱਖ ਕੌਮ ਦੇ ਉੱਤੇ ਹਮਲੇ ਸ਼ੁਰੂ ਹੋ ਗਏ ਹੈ। BSF ਬਾਰਡਰਾਂ ਤੋਂ ਹਿਲਾ ਕੇ ਪੰਜਾਬ ਦੇ ਅੰਦਰ ਉਹਦਾ ਦਾਇਰਾ ਬਣਾਤਾ 50 ਕਿਲੋਮੀਟਰ ਅੰਦਰ, ਜਿਹਦਾ ਮਤਲਬ ਹੈ ਕਿ ਕਸ਼ਮੀਰ ਵਰਗਨ ਸੈਂਟਰ ਨੇ ਕੰਮ ਸ਼ੁਰੂ ਕਰਤੇ ਹੈ ਕਿ ਹੌਲੀ ਹੌਲੀ ਇਹਨਾਂ ਦੇ ਉੱਤੇ ਕਬਜ਼ਾ ਫੇਰ ਕਰ ਲਈਏ, ਜਿਵੇਂ ਕਸ਼ਮੀਰ ਦੇ ਉੱਤੇ ਕੀਤਾ ਸੀਗਾ। ਹਰੇਕ ਪਿੰਡ ਦੇ ਵਿੱਚ ਚੌਂਕੀ ਬਿਠਾ ਦਈਏ, ਹਰੇਕ ਸੜਕ ਦੇ ਉੱਤੇ ਚੌਂਕੀਆਂ ਲਵਾ ਦਈਏ, ਇਹਨਾਂ ਦੀਆਂ ਤਲਾਸ਼ੀਆਂ ਲਈਏ, ਇਹਨਾਂ ਦੀ ਪੁੱਛਗਿੱਛ ਸ਼ੁਰੂ ਹੋਏ। ਸੋ ਸਾਧ ਸੰਗਤ, ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣੀਆਂ ਬਹੁਤ ਜ਼ਰੂਰੀ ਸੀ। ਚਲੋ BSF ਤਾਂ ਘਟਾਤੀ ਬਾਰਡਰ ਤੋਂ, ਤੇ ਮੋਦੀ BJP ਨੂੰ ਅਜੇ ਪਤਾ ਨਹੀਂ ਲੱਗਿਆ ਕਿ ਜਦ ਦੀ BSF ਤੁਸੀਂ ਘਟਾਈ ਹੈ
ਪੰਜਾਬ ਦੇ ਵਿੱਚ ਤਾਂ ਅਸਲਾ ਤੇ ਬਰੂਦ ਤੇ ਸਮੈਕ, ਹੈਰੋਇਨ, ਕੋਕੀਨ, ਫੀਮ ਸਾਰੀਆਂ ਵਸਤੂਆਂ ਹੋਰ ਆਉਣ ਲੱਗ ਪਈਆਂ। ਸ਼ਾਇਦ ਇਹ ਚਾਹੁੰਦੇ ਹੀ ਇਹੀ ਹੈ ਕਿ ਇੱਕ ਤਾਂ ਇਹਨਾਂ ਨੂੰ ਨਸ਼ੀਲੀ ਬਣਾ ਦਈਏ, ਇੱਕ ਜਦੋਂ ਅਸੀਂ ਇਹਨਾਂ ਦੇ ਉੱਤੇ ਪੈਣਾ ਤੇ ਫਿਰ ਜਿਹੜਾ ਅਸਲਾ ਤੇ ਬਰੂਦ ਅੰਦਰ ਮੰਗਾਇਆ ਪਾਕਿਸਤਾਨ ਤੋਂ, ਉਹਦੇ ਤੇ ਕਰੀਏ ਕਬਜ਼ਾ ਤੇ ਦੁਨੀਆ ਨੂੰ ਦਿਖਾਈਏ ਕਿ ਸਿੱਖ ਫਿਰ ਬਗਾਵਤ ਕਰਨ ਵਾਲੇ ਹੈ। ਸੋ ਇਹਨਾਂ ਦੀ ਸਾਜ਼ਿਸ਼ ਬਹੁਤ ਡੂੰਘੀ ਹੈ, ਇਹ ਆਪਾਂ ਹੀ ਸਮਝ ਸਕਦੇ ਹਾਂ, ਹੋਰ ਕਿਸੇ ਨੇ ਤੁਹਾਨੂੰ ਸਮਝਾਉਣੀ ਨਹੀਂ ਹੈ। ਸੋ ਇੰਨੇ ਸ਼ਬਦਾਂ ਦੇ ਵਿੱਚ ਆਸ ਕਰਦਾ ਕਿ 23 ਤਰੀਕ ਨੂੰ ਤੁਸੀਂ ਤਕੜੇ ਹੋ ਕੇ ਵੋਟ ਪਾ ਕੇ, ਜਿਵੇਂ ਪਹਿਲਾਂ ਮੈਂ ਕੰਮ ਕੀਤਾ, ਫਿਰ ਮੈਨੂੰ ਪਾਰਲੀਮੈਂਟ ਦੇ ਵਿੱਚ ਭੇਜੋਗੇ, ਜਿੱਥੇ ਮੈਂ ਹੁਣ ਦੁਬਾਰਾ ਤੁਹਾਡੀ ਵਧੀਆ ਸੇਵਾ ਕਰ ਸਕਾਂ। ਇਹਨਾਂ ਸ਼ਬਦਾਂ ਦੇ ਨਾਲ ਆਪ ਤੋਂ ਹੁਕਮ ਮੰਗਦਾ।